Hello everyone, I hope you all are doing fine. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੋਏਗੀ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਸ਼ੁਰੂ ਕਰਨ ਜਾ ਰਹੇ ਹਾਂ 5th ਕਲਾਸ ਦੀ ਬੁੱਕ ਮਾਈ ਵਰਲਡ ਦਾ 12th ਚੈਪਟਰ ਈਟ ਐਂਡ ਡਾਈਜੈਸਟ ਫੂਡ। ਭੋਜਨ ਨੂੰ ਖਾਣਾ ਅਤੇ ਕਿਵੇਂ ਉਹਨੂੰ ਹਜਮ ਕਰਨਾ। Today, our teacher brought a chart in our class. आज ਸਾਡੇ ਅਧਿਆਪਕ ਸਾਡੀ ਜਮਾਤ ਵਿੱਚ ਇੱਕ ਚਾਰਟ ਲੈ ਆਏ। There were different types of food items printed in groups on the chart. ਤੇ ਚਾਰਟ ਤੇ ਸਮੂਹਾਂ ਵਿੱਚ ਗਰੁੱਪ ਯਾਨੀ ਕਿ ਸਮੂਹਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਖਾਣ ਪੀਣ ਦੀਆਂ ਵਸਤੂਆਂ ਛਪੀਆਂ ਹੋਈਆਂ ਸਨ। ਆ ਦੇਖੋ, hanging the chart the teacher started talking to us. ਚਾਰਟ ਲਗਾਉਂਦਿਆਂ ਅਧਿਆਪਕ ਨੇ ਸਾਡੇ ਨਾਲ ਗੱਲ ਕਰਨੀ ਸ਼ੁਰੂ ਕੀਤੀ। ਇੱਥੇ ਲਿਖਿਆ ਹੋਇਆ ਮਿਨਰਲਸ, ਕਾਰਬੋਹਾਈਡਰੇਟਸ, ਫੈਟਸ, ਵਿਟਾਮਿਨਸ, ਵਾਟਰ, ਪ੍ਰੋਟੀਨਸ। ਬੱਚਿਓ ਇਹ ਪ੍ਰੋਟੀਨ ਦੇ ਸਪੈਲਿੰਗ ਗਲਤ ਨੇ, ਇਹ ਠੀਕ ਸਪੈਲਿੰਗ ਨੇ, ਈ ਨਹੀਂ ਆਏਗਾ ਇੱਥੇ। ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਿਓ। Healthy source of 6 essential nutrients. 6 ਜ਼ਰੂਰੀ ਪੌਸ਼ਟਿਕ ਤੱਤਾਂ ਦਾ ਸਮੂਹ। ਕਿੱਥੋਂ ਕੀ ਮਿਲਦਾ ਹੈ? ਮਿਨਰਲਸ ਕਿੱਥੋਂ ਮਿਲਦੇ ਨੇ, ਕਾਰਬੋਹਾਈਡਰੇਟਸ ਕਿੱਥੋਂ ਮਿਲਦੇ ਨੇ, ਫੈਟਸ, ਵਿਟਾਮਿਨਸ, ਵਾਟਰ ਤੇ ਪ੍ਰੋਟੀਨ ਸਾਨੂੰ ਕਿੱਥੋਂ ਮਿਲਦਾ ਹੈ। ਆਓ ਹੁਣ ਗੱਲਬਾਤ ਸੁਣੀਏ ਟੀਚਰ ਤੇ ਬੱਚਿਆਂ ਦੇ ਵਿੱਚ। ਟੀਚਰ, children, we have learned about the functions of food in the previous class. Who will tell me about it? ਤੇ ਅਧਿਆਪਕ ਨੇ ਕਿਹਾ, ਬੱਚਿਓ ਅਸੀਂ ਪਿਛਲੀ ਕਲਾਸ ਵਿੱਚ ਭੋਜਨ ਦੇ ਕਾਰਜਾਂ ਬਾਰੇ ਸਿੱਖਿਆ ਸੀ। ਮੈਨੂੰ ਇਸ ਬਾਰੇ ਕੌਣ ਦੱਸੇਗਾ? ਸਤਪਾਲ, ਫੂਡ ਇਜ਼ ਐਸੈਂਸ਼ੀਅਲ ਫॉर आवर ਲਿਵਿੰਗ। ਸਤਪਾਲ ਬੋਲਦਾ ਹੈ ਭੋਜਨ ਸਾਡੇ ਜੀਵਨ ਲਈ ਜ਼ਰੂਰੀ ਹੈ। ਇਟ ਗਿਵਸ ਅਸ એનર્ਜੀ ਟੂ ਵਰਕ ਐਂਡ ਪਲੇ, ਫॉर ਫਿਜ਼ੀਕਲ ਗਰੋਥ ਐਂਡ ਟੂ ਪ੍ਰੋਟੈਕਟ ਅਸ ਫਰਮ ਡਿਜ਼ੀਜ਼ਸ। ਇਹ ਸਾਨੂੰ ਕੰਮ ਕਰਨ ਲਈ ਸ਼ਕਤੀ ਦਿੰਦਾ ਹੈ, ਊਰਜਾ ਦਿੰਦਾ ਹੈ ਅਤੇ ਖੇਡਣ ਦੇ ਲਈ ਤੇ ਨਾਲ ਦੀ ਨਾਲ ਫਿਜ਼ੀਕਲ ਗਰੋਥ ਤੋਂ ਮਤਲਬ ਹੈ ਸਰੀਰਕ ਵਿਕਾਸ ਅਤੇ ਬਿਮਾਰੀਆਂ ਤੋਂ ਬਚਣ ਲਈ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ। ਸ਼ਰਮਿੰਦਰ, ਸਰ, food contains 5 essential nutrients: carbohydrates, fats, proteins, vitamins and minerals. ਤੇ ਸ਼ਰਮਿੰਦਰ ਕਹਿੰਦਾ ਹੈ ਕਿ ਸਰ ਜੀ ਭੋਜਨ ਵਿੱਚ 5 ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਨੇ। ਕਾਰਬੋਹਾਈਡਰੇਟਸ, ਫੈਟਸ ਨੂੰ ਆਪਾਂ ਚਰਬੀ ਵੀ ਕਹੀਦਾ, ਪ੍ਰੋਟੀਨ, ਵਿਟਾਮਿਨ ਤੇ ਮਿਨਰਲਸ। ਕੀਰਤ ਕਹਿੰਦੀ ਹੈ, ਸਰ what are these nutrients? From where do we get them? ਤੇ ਕੀਰਤ ਪੁੱਛਦੀ ਹੈ, ਸਰ ਇਹ ਪੌਸ਼ਟਿਕ ਤੱਤ ਕੀ ਹਨ? ਅਸੀਂ ਉਹਨਾਂ ਨੂੰ ਕਿੱਥੋਂ ਪ੍ਰਾਪਤ ਕਰੀਏ? ਟੀਚਰ, children, these nutrients are classified according to their function. ਤੇ ਅਧਿਆਪਕ ਦੱਸਦੇ ਨੇ ਵੀ ਬੱਚਿਓ ਇਹਨਾਂ ਪੌਸ਼ਟਿਕ ਤੱਤਾਂ ਨੂੰ ਉਹਨਾਂ ਦੇ ਜੋ ਕੰਮ ਹੈਗੇ ਨੇ ਉਹਨਾਂ ਅਨੁਸਾਰ ਵੰਡਿਆ ਗਿਆ ਹੈ। ਜਿਵੇਂ ਨੰਬਰ 1, एनर्जी गिविंग फूड, ਊਰਜਾ ਜਾਂ ਸ਼ਕਤੀ ਦੇਣ ਵਾਲਾ ਭੋਜਨ। ਉਹ ਕਿਹੜੇ ਹੁੰਦੇ ਨੇ? ਕਾਰਬੋਹਾਈਡਰੇਟਸ ਐਂਡ ਫੈਟਸ। ਤਾਂ ਉਹ ਖਾਣਾ ਖਾਓ ਜਦ ਤੁਹਾਨੂੰ એનર્ਜੀ ਚਾਹੀਦੀ ਹੁੰਦੀ ਹੈ ਜਿਨ੍ਹਾਂ ਵਿੱਚ ਕਾਰਬੋਹਾਈਡਰੇਟ ਤੇ ਫੈਟਸ ਹੁੰਦੇ ਨੇ। ਸੈਕਿੰਡ, ਬੋਡੀ ਬਿਲਡਿੰਗ, ਸਰੀਰ ਦੇ ਵਿਕਾਸ ਦੇ ਲਈ ਪ੍ਰੋਟੀਨਸ ਚਾਹੀਦੇ ਹੁੰਦੇ ਨੇ। ਉਹ ਖਾਣਾ ਖਾਓ ਜਿਨ੍ਹਾਂ ਵਿੱਚ ਪ੍ਰੋਟੀਨਸ ਹੁੰਦੇ ਨੇ। ਥਰਡ, ਸੇਫ ਫੂਡ, ਜਿਹਨੂੰ ਆਪਾਂ ਕਹੀਦਾ ਸੁਰੱਖਿਅਤ ਖਾਣਾ, ਜੋ ਬਹੁਤ ਜ਼ਰੂਰੀ ਹੈ ਸੰਤੁਲਿਤ ਜੀਵਨ ਦੇ ਲਈ। ਵਿਟਾਮਿਨਸ ਐਂਡ ਮਿਨਰਲਸ ਚਾਹੀਦੇ ਹੁੰਦੇ ਆ ਉਹਦੇ ਲਈ। ਹੁਣ ਇਹਨਾਂ ਸਾਰਿਆਂ ਨੂੰ ਪੜ੍ਹ ਲੈਂਦੇ ਆ। Let us now discuss about these nutrients and their sources one by one. ਆਓ ਹੁਣ ਇਹਨਾਂ ਪੌਸ਼ਟਿਕ ਤੱਤਾਂ ਅਤੇ ਉਹਨਾਂ ਨੂੰ ਕਿੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਉਹਨਾਂ ਬਾਰੇ ਇੱਕ ਇੱਕ ਕਰਕੇ ਚਰਚਾ ਕਰੀਏ। ਫਰਸਟ, carbohydrates. Wheat, rice, sugarcane, sweet potatoes and sweet fruits are rich sources of carbohydrates. ਕਣਕ, ਚਾਵਲ, ਗੰਨਾ, ਸ਼ੱਕਰਕੰਦੀ, ਆਲੂ, ਮਿੱਠੇ ਫਲ, ਇਹਨਾਂ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਭਰਪੂਰ ਹੁੰਦੀ ਹੈ। These nutrients give us energy for playing and physical work.
ਇਹ ਪੌਸ਼ਟਿਕ ਤੱਤ ਸਾਨੂੰ ਖੇਡਣ ਅਤੇ ਸਰੀਰਕ ਕੰਮ ਕਰਨ ਲਈ ਊਰਜਾ ਦਿੰਦੇ ਹਨ। Their deficiency causes fatigue, ਥਕਾਵਟ in our body। ਤੇ ਇਹਨਾਂ ਦੀ ਕਮੀ ਸਾਡੇ ਸਰੀਰ ਵਿੱਚ ਥਕਾਵਟ ਦਾ ਕਾਰਨ ਬਣਦੀ ਹੈ। Starch and sugar in our food are the sources of carbohydrates। ਸਾਡੇ ਭੋਜਨ ਵਿੱਚ ਸਟਾਰਚ ਅਤੇ ਕਾਰਬੋਹਾਈਡਰੇਟਸ ਦਾ ਜੋ ਸੋਰਸ ਹੈਗਾ ਉਹ ਹੈਗਾ ਸਟਾਰਚ ਦੇ ਨਾਲ ਦੀ ਨਾਲ ਖੰਡ ਜਾਂ ਫਿਰ ਸ਼ੂਗਰ ਕਹਿ ਸਕਦੇ ਹਾਂ। When we are sick or tired, the doctor gives us glucose for instant energy। ਜਦੋਂ ਅਸੀਂ ਬਿਮਾਰ ਜਾਂ ਥੱਕ ਜਾਂਦੇ ਹਾਂ ਤਾਂ ਡਾਕਟਰ ਸਾਨੂੰ ਤੁਰੰਤ ਸ਼ਕਤੀ ਦੇਣ ਦੇ ਲਈ ਗਲੂਕੋਜ਼ ਦਿੰਦੇ ਨੇ, ਜੋ ਇੱਕ ਸੋਰਸ ਹੈਗਾ ਜਿੱਥੋਂ ਸਾਨੂੰ ਫਟਾਫਟ એનર્ਜੀ ਮਿਲਦੀ ਹੈ। ਠੀਕ ਹੈ ਬੱਚਿਓ। ਸੈਕਿੰਡ ਹੈਗਾ ਫੈਟਸ। ਫੈਟਸ ਗਿਵ ਮੋਰ એનર્ਜੀ ਦੈਨ ਕਾਰਬੋਹਾਈਡਰੇਟਸ। ਗਿਵ ਆਏਗਾ, ਗਿਵਸ ਨਹੀਂ ਆਏਗਾ। ਜਿਹੜੇ ਫੈਟਸ ਹੁੰਦੇ ਨੇ ਉਹ ਕਾਰਬੋਹਾਈਡਰੇਟਸ ਨਾਲੋਂ ਜ਼ਿਆਦਾ એનર્ਜੀ ਦਿੰਦੇ ਨੇ। ਇਟ ਕੀਪਸ ਆਰ ਬੋਡੀ ਵਾਰਮ, ਤੇ ਇਹ ਸਾਡੇ ਸਰੀਰ ਨੂੰ ਵੀ ਗਰਮ ਰੱਖਦੇ ਨੇ। ਇਟ ਐਬਜ਼ੌਰਬਸ ਸੋ ਮੈਨੀ ਵਿਟਾਮਿਨਸ ਇਨਟੂ ਇਟ। ਇਹ ਬਹੁਤ ਸਾਰੇ ਵਿਟਾਮਿਨ ਆਪਣੇ ਵਿੱਚ ਸੋਖ ਲੈਂਦਾ ਹੈ। ਐਬਜ਼ੌਰਬ ਦਾ ਮਤਲਬ ਸੋਖ ਲੈਣਾ। ਇਟਸ ਮੇਨ ਸੋਰਸਸ ਆਰ ਘੀ, ਬਟਰ, ਨਟਸ, ਖੋਇਆ, ਐਗਸ, ਮੀਟ ਐਕਸੈਟਰਾ। ਮੁੱਖ ਚੀਜ਼ਾਂ ਜਿਨ੍ਹਾਂ ਤੋਂ ਸਾਨੂੰ ਫੈਟਸ ਮਿਲਦੇ ਨੇ ਉਹਨਾਂ ਵਿੱਚ ਆ ਜਾਂਦਾ ਹੈ ਘਿਓ, ਮੱਖਣ, ਅਖਰੋਟ, ਖੋਇਆ, ਅੰਡੇ, ਮੀਟ ਆਦਿ। Overeating of fats can cause obesity and heart diseases। Obesity ਦਾ ਮਤਲਬ ਹੁੰਦਾ ਹੈ ਮੋਟਾਪਾ। ਜੇਕਰ ਆਪਾਂ ਜ਼ਿਆਦਾ ਫੈਟਸ ਖਾ ਲੈਂਦੇ ਹਾਂ ਜਾਂ ਜ਼ਿਆਦਾ ਸੇਵਨ ਕਰ ਲੈਂਦੇ ਹਾਂ ਉਸ ਨਾਲ ਮੋਟਾਪਾ ਹੋ ਸਕਦਾ ਹੈ ਅਤੇ ਦਿਲ ਦੇ ਰੋਗ ਵੀ ਹੋ ਸਕਦੇ ਨੇ। ਠੀਕ ਹੈ ਬੱਚਿਓ। ਇਸੇ ਲਈ ਕਿਹਾ ਜਾਂਦਾ ਹੈ ਸੰਤੁਲਿਤ ਖਾਣਾ ਖਾਣਾ ਚਾਹੀਦਾ ਹੈ। ਆ ਦੇਖੋ ਕਾਰਬੋਹਾਈਡਰੇਟਸ ਇਹਨਾਂ ਵਿੱਚ ਹੁੰਦੇ ਨੇ ਫੈਟਸ। ਪ੍ਰੋਟੀਨਸ ਦੀ ਗੱਲ ਕਰਦੇ ਆ, ਇਹ ਹੈਗੇ ਸੋਰਸਸ ਆਫ ਪ੍ਰੋਟੀਨ। ਪ੍ਰੋਟੀਨਸ ਆਰ ਐਸੈਂਸ਼ੀਅਲ ਫॉर ਆਰ ਫਿਜ਼ੀਕਲ ਗਰੋਥ। ਪ੍ਰੋਟੀਨ ਸਾਡੇ ਸਰੀਰਕ ਵਿਕਾਸ ਲਈ ਜ਼ਰੂਰੀ ਹਨ। ਇਟ ਮੇਕਸ ਨਿਊ ਸੈਲਸ ਇਨ ਆਰ ਬੋਡੀ ਐਂਡ ਹੀਲਸ ਆਰ ਇੰਜਰੀਜ਼। ਇਹ ਸਾਡੇ ਸਰੀਰ ਵਿੱਚ ਨਵੇਂ ਸੈੱਲ ਬਣਾਉਂਦੇ ਹਨ ਅਤੇ ਸਾਡੀਆਂ ਸੱਟਾਂ ਵੀ ਠੀਕ ਕਰਦੇ ਨੇ। ਬੱਚਿਓ ਸਾਨੂੰ ਆਮ ਜੀਵਨ ਵਿੱਚ ਪਤਾ ਨਹੀਂ ਲੱਗਦਾ ਵੀ ਸਾਡੀ ਬੋਡੀ ਵੱਧ ਰਹੀ ਹੈ ਜਾਂ ਸਰੀਰ ਵੱਧ ਰਿਹਾ ਹੈ, ਪਰ ਹਰ ਰੋਜ਼ ਸਾਡੇ ਸਰੀਰ ਦੇ ਵਿੱਚ ਲੱਖਾਂ ਸੈੱਲ ਬਣਦੇ ਨੇ। ਈਵਨ ਤੁਹਾਡੇ ਹੱਥ ਦੇ ਵਿੱਚ ਛੋਟੇ ਛੋਟੇ ਕਣ ਵੱਧਦੇ ਜਾਂਦੇ ਨੇ। ਜੇ ਪੁਰਾਣੇ ਸੈੱਲ ਹੋ ਜਾਂਦੇ ਨੇ ਉਹ ਖਤਮ ਹੋ ਜਾਂਦੇ ਨੇ, ਨਵੇਂ ਸੈੱਲ ਸਾਡੇ ਸਰੀਰ ਦਾ ਵਿਕਾਸ ਕਰਦੇ ਨੇ ਤੇ ਪ੍ਰੋਟੀਨ ਸਾਨੂੰ ਉਸ ਨਵੇਂ ਸੈੱਲ ਬਣਾਉਣ ਦੀ ਸ਼ਕਤੀ ਦਿੰਦਾ ਹੈ। We can get it from eggs, fish, meat, cheese, peas, pulses and milk। ਤੇ ਸਾਨੂੰ ਪ੍ਰੋਟੀਨ ਪ੍ਰਾਪਤ ਹੋ ਸਕਦਾ ਹੈ ਕਿਹਨਾਂ ਚੀਜ਼ਾਂ ਤੋਂ? ਅੰਡੇ ਤੋਂ, ਫਿਸ਼ ਤੋਂ, ਮੱਛੀ ਤੋਂ, ਮੀਟ ਤੋਂ, ਪਨੀਰ ਤੋਂ, ਮਟਰ, ਦਾਲਾਂ ਤੇ ਦੁੱਧ। Growing children should eat food rich in proteins। ਤੇ ਵੱਧ ਰਹੇ ਬੱਚਿਆਂ ਨੂੰ ਪ੍ਰੋਟੀਨ ਵਾਲਾ ਭਰਪੂਰ ਭੋਜਨ ਖਾਣਾ ਚਾਹੀਦਾ। ਇਹ ਸਾਰੀਆਂ ਫੋਟੋਆਂ ਤਸਵੀਰਾਂ ਬਣੀਆਂ ਹੋਈਆਂ ਜਿਨ੍ਹਾਂ ਵਿੱਚ ਪ੍ਰੋਟੀਨ ਹੁੰਦਾ ਹੈ, ਫੈਟਸ ਹੁੰਦੇ ਨੇ ਜਾਂ ਕਾਰਬੋਹਾਈਡਰੇਟਸ ਹੁੰਦੇ ਨੇ। ਬੱਚਿਓ ਹੁਣ ਧਿਆਨ ਤੁਸੀਂ ਰੱਖਣਾ, ਇੱਥੇ ਦੇਖੋ ਧਿਆਨ ਨਾਲ ਕਾਰਬੋਹਾਈਡਰੇਟਸ ਦੇ ਸਪੈਲਿੰਗ ਗਲਤ ਦਿੱਤੇ ਹੋਏ ਨੇ, TES ਆਏਗਾ। ਠੀਕ ਹੈ। Fourth, vitamins। Vitamins keep us healthy by saving us from diseases। ਵਿਟਾਮਿਨ ਜਿਹੜੇ ਹੈਗੇ ਨੇ ਜਾਂ ਵਿਟਾਮਿਨ ਉਹਨਾਂ ਨੂੰ ਕਹੀਦਾ ਸਾਨੂੰ ਬਿਮਾਰੀਆਂ ਤੋਂ ਬਚਾ ਕੇ ਸਿਹਤਮੰਦ ਰੱਖਦੇ ਨੇ। They are necessary for the proper functioning of eyes, gums and skin। ਇਹ ਅੱਖਾਂ, ਮਸੂੜਿਆਂ ਤੇ ਸਾਡੀ ਸਕਿਨ ਜੋ ਕਿ ਚਮੜੀ ਹੁੰਦੀ ਹੈ ਉਸਦੇ ਸਹੀ ਕੰਮ ਕਰਨ ਲਈ ਜ਼ਰੂਰੀ ਹੁੰਦੇ ਨੇ। They are known as vitamin A, B, C, D, E, K। ਹੁਣ ਕਿਹੜੇ ਕਿਹੜੇ ਵਿਟਾਮਿਨ ਹੁੰਦੇ ਨੇ? A, B, C, D, E ਤੇ K। We find them in vegetables, orange, eggs and milk। ਅਸੀਂ ਇਹਨਾਂ ਨੂੰ ਸਬਜ਼ੀਆਂ ਵਿੱਚ ਦੇਖ ਸਕਦੇ ਹਾਂ, ਨਾਲ ਦੀ ਨਾਲ ਸੰਤਰੇ, ਅੰਡੇ ਜਾਂ ਫਿਰ ਮਿਲਕ ਦੇ ਵਿੱਚ, ਦੁੱਧ ਦੇ ਵਿੱਚ। Vitamin D is gained from the sunlight। ਤੇ ਵਿਟਾਮਿਨ ਡੀ ਜਿਹੜਾ ਹੈ ਉਹ ਸਾਨੂੰ ਸੂਰਜ ਦੀ ਰੋਸ਼ਨੀ ਤੋਂ ਮਿਲਦਾ ਹੈ।
ठीक है बच्चों, आगे है आ देखो, फिफ्थ मिनरल्स। मिनरल्स आल्सो कीप आवर बॉडी हेल्दी एंड स्ट्रॉन्ग। ਮਿਨਰਲ ਸਾਡੇ ਸਰੀਰ ਨੂੰ ਸਿਹਤਮੰਦ ਅਤੇ ਮਜ਼ਬੂਤ ਰੱਖਦੇ ਹਨ। They help us in the formation of bones, teeth and blood. ਉਹ ਸਾਡੀਆਂ ਹੱਡੀਆਂ, ਦੰਦਾਂ ਅਤੇ ਖੂਨ ਨੂੰ ਠੀਕ ਰੱਖਣ ਦੇ ਵਿੱਚ ਮਦਦ ਕਰਦੇ ਨੇ ਤੇ ਉਸ ਦੀ ਫਾਰਮੇਸ਼ਨ, ਗਠਨ ਦੇ ਵਿੱਚ ਵੀ ਮਦਦ ਕਰਦੇ ਨੇ। ਕੈਲਸ਼ੀਅਮ, ਪੋਟਾਸ਼ੀਅਮ, sodium, iodine and iron are the essential minerals for our body. ਤੇ ਸਾਡੇ ਸਰੀਰ ਵਿੱਚ ਕਿਹੜੇ-ਕਿਹੜੇ ਜ਼ਰੂਰੀ ਮਿਨਰਲਸ ਹੁੰਦੇ ਨੇ? ਕੈਲਸ਼ੀਅਮ, ਪੋਟਾਸ਼ੀਅਮ, ਸੋਡੀਅਮ, ਆਇਓਡੀਨ ਤੇ ਆਇਰਨ। They are obtained from fresh fruits, vegetables and milk. ਇਹ ਸਾਨੂੰ ਤਾਜ਼ੇ ਫਲਾਂ, ਸਬਜ਼ੀਆਂ ਤੇ ਦੁੱਧ ਤੋਂ ਪ੍ਰਾਪਤ ਹੁੰਦੇ ਨੇ। ਅਗਲਾ ਹੈਗਾ ਰਫੇਜ। ਰਫੇਜ ਹੁੰਦਾ ਹੈ ਬੱਚੋ ਜੋ ਫਾਈਬਰ ਹੁੰਦਾ ਹੈ, ਮੈਂ ਤੁਹਾਨੂੰ ਹੁਣੇ ਸਮਝਾ ਦਿੰਦੀ ਹਾਂ। It is essential for the proper function of our digestive system. ਇੱਥੇ ਆਏਗਾ proper functioning, TIONING। ਇਹ ਬਹੁਤ ਜ਼ਰੂਰੀ ਹੁੰਦਾ ਹੈ ਸਾਡੇ ਡਾਈਜੈਸਟਿਵ ਸਿਸਟਮ, ਜਿਹਦਾ ਮਤਲਬ ਹੈ ਜਿਵੇਂ ਜਿੱਥੋਂ ਖਾਣਾ ਪਚਾਇਆ ਜਾਂਦਾ ਹੈ, ਉਹਦੇ ਸਹੀ ਕੰਮ ਕਰਨ ਦੇ ਲਈ ਰਫੇਜ ਦੀ ਬਹੁਤ ਲੋੜ ਹੁੰਦੀ ਹੈ। We get it from fruits and vegetables. ਤੇ ਇਹ ਸਾਨੂੰ ਫਲਾਂ ਤੇ ਸਬਜ਼ੀਆਂ ਤੋਂ ਪ੍ਰਾਪਤ ਹੁੰਦਾ ਹੈ। It absorbs water in our body. ਜਦ ਸਾਡਾ ਸਰੀਰ ਖਾਣਾ ਸੇਵ ਕਰ ਰਿਹਾ ਹੁੰਦਾ ਹੈ ਜਾਂ ਫਿਰ ਖਾਣੇ ਤੋਂ ਜ਼ਰੂਰੀ ਤੱਤ ਕੱਢ ਰਿਹਾ ਹੁੰਦਾ ਹੈ, ਤਾਂ ਜਿਹੜਾ ਰਫੇਜ ਹੁੰਦਾ ਹੈ ਉਹ ਸਾਡੇ ਸਰੀਰ ਵਿੱਚ ਪਾਣੀ ਨੂੰ ਐਬਜ਼ੌਰਬ ਕਰਨ ਦੇ ਵਿੱਚ ਮਦਦ ਕਰਦਾ ਹੈ। It helps us to excrete waste materials from our body. ਤੇ ਇਹ ਸਾਡੇ ਸਰੀਰ ਵਿੱਚ ਰਹਿੰਦਾ ਖੁੰਦਾ ਜਿਹੜਾ ਸਮਾਨ ਹੁੰਦਾ ਹੈ ਉਸਨੂੰ ਬਾਹਰ ਕੱਢਣ ਵਿੱਚ ਵੀ ਸਾਡੀ ਮਦਦ ਕਰਦਾ ਹੈ। ਮਤਲਬ ਜੋ ਸਾਡੀ ਆਰਗਨਸ ਹੈਗੇ ਨੇ ਜਿਨ੍ਹਾਂ ਵਿੱਚ ਸਾਡਾ ਖਾਣਾ ਡਾਈਜੈਸਟ ਹੁੰਦਾ ਹੈ, ਉਹ ਠੀਕ ਰੱਖਣ ਦੇ ਵਿੱਚ, ਉਹ ਠੀਕ ਕੰਮ ਕਰਨ ਉਸ ਵਿੱਚ ਰਫੇਜ ਮਦਦ ਕਰਦਾ ਹੈ, ਖਾਣਾ ਪਚਾਉਣ ਦੇ ਵਿੱਚ। 7th, water. It is an important part of our diet. ਪਾਣੀ ਇਹ ਸਾਡੀ ਖੁਰਾਕ ਦਾ ਇੱਕ ਅਹਿਮ ਹਿੱਸਾ ਹੈ। It regulates our body temperature. ਇਹ ਸਾਡੇ ਸਰੀਰ ਦੇ ਜਿਹੜਾ ਟੈਂਪਰੇਚਰ ਹੈ ਉਸ ਨੂੰ ਵੀ ਸੰਤੁਲਿਤ ਰੱਖਦਾ ਹੈ, ਤਾਪਮਾਨ ਨੂੰ ਵੀ ਠੀਕ ਰੱਖਦਾ ਹੈ। It helps us digest food and remove waste materials from our body. ਇਹ ਭੋਜਨ ਨੂੰ ਹਜਮ ਕਰਨ ਅਤੇ ਸਾਡੇ ਸਰੀਰ ਵਿੱਚੋਂ ਰਹਿੰਦਾ ਖੁੰਦਾ ਜਿਹੜਾ ਸਮਾਨ ਹੈ ਉਸ ਨੂੰ ਹਟਾਉਣ ਜਾਂ ਕੱਢਣ ਵਿੱਚ ਵੀ ਮਦਦ ਕਰਦਾ ਹੈ। We should drink 8 to 10 glasses of water daily. ਤੇ ਸਾਨੂੰ ਰੋਜ਼ਾਨਾ 8 ਤੋਂ 10 ਗਲਾਸ ਪਾਣੀ ਪੀਣਾ ਚਾਹੀਦਾ। ਆ ਸਾਰੇ ਹੈਗੇ ਨੇ ਰਫੇਜ ਵਾਲੇ, ਇਹ ਹੈਗਾ ਵਾਟਰ। Children, the above nutrients should be in proper proportion in our diet to keep us healthy. ਤੇ ਇੱਥੇ ਲਿਖਿਆ ਗਿਆ ਬੱਚਿਓ, ਜਿਹੜੇ ਆਪਾਂ ਹੁਣੇ ਨਿਊਟ੍ਰੀਐਂਟਸ ਪੜ੍ਹੇ ਨੇ, ਸਾਨੂੰ ਸਿਹਤਮੰਦ ਰੱਖਣ ਲਈ ਉਪਰੋਕਤ ਪੌਸ਼ਟਿਕ ਤੱਤ ਸਾਡੀ ਖੁਰਾਕ ਵਿੱਚ ਸਹੀ ਮਾਤਰਾ ਵਿੱਚ ਹੋਣੇ ਚਾਹੀਦੇ ਹਨ। ਅੱਗੇ ਦਿੱਤਾ ਗਿਆ ਹੈ ਐਕਟੀਵਿਟੀ 1। Children, chew the pieces of orange or mosami as long as the juice is not extracted properly. ਗਤੀਵਿਧੀ ਇਹ ਦਿੱਤੀ ਗਈ ਹੈ ਵੀ ਬੱਚਿਓ, ਸੰਤਰੇ ਜਾਂ ਮੌਸਮੀ ਦੇ ਟੁਕੜੇ ਨੂੰ ਉਦੋਂ ਤੱਕ ਚਬਾਉਂਦੇ ਰਹੋ ਜਦੋਂ ਤੱਕ ਉਸ ਦਾ ਜੂਸ ਪੂਰੀ ਤਰ੍ਹਾਂ ਨਹੀਂ ਕੱਢਿਆ ਜਾਂਦਾ। Examine the fiber remained in the mouth. ਹੁਣ ਤੁਹਾਡੇ ਮੂੰਹ ਦੇ ਵਿੱਚ ਜੋ ਵੀ ਰਹਿ ਜਾਂਦਾ ਉਹਨੂੰ ਫਾਈਬਰ ਕਹੀਦਾ ਜਦ ਜੂਸ ਸਾਰਾ ਨਿਕਲ ਜਾਂਦਾ ਹੈ। ਤੇ this fiber is called roughage. ਤੇ ਇਸ ਫਾਈਬਰ ਨੂੰ ਆਪਾਂ ਰਫੇਜ ਕਹੀਦਾ। ਮੈਨੂੰ ਜੋ ਮਹਿਸੂਸ ਹੋਇਆ ਉਹ ਮੈਂ ਇੱਥੇ ਲਿਖਿਆ ਹੈ। Fiber certainly doesn't taste like juice. ਜਿਹੜਾ ਫਾਈਬਰ ਹੈ ਉਹ ਨਿਸ਼ਚਿਤ ਤੌਰ ਤੇ ਜੂਸ ਵਰਗਾ ਨਹੀਂ ਸਵਾਦ ਦਿੰਦਾ। However, it is very important for our body. ਫਿਰ ਵੀ ਇਹ ਸਾਡੇ ਸਰੀਰ ਲਈ ਬਹੁਤ ਮਹੱਤਵਪੂਰਨ ਹੈ। Fiber keeps our digestive system clean and healthy. ਜਿਹੜਾ ਫਾਈਬਰ ਹੁੰਦਾ ਹੈ ਉਹ ਪਾਚਨ ਤੰਤਰਾਂ ਨੂੰ ਸਾਫ਼ ਰੱਖਦਾ ਹੈ, ਡਾਈਜੈਸਟਿਵ ਸਿਸਟਮ ਨੂੰ ਸਾਫ਼ ਰੱਖਦਾ ਹੈ ਤੇ ਸਾਨੂੰ ਸਿਹਤਮੰਦ ਰੱਖਣ ਵਿੱਚ ਵੀ ਮਦਦ ਕਰਦਾ ਹੈ।
and takes out harmful stuff from our body. ये साडे शरीर विचों हानिकारक चीजां नूं बाहर कढदा है. It reduces the chances of constipation. जब पेट खराब हो जाता ना, कब्ज हो जाती है, यह कब्ज की संभावना नूं भी घटांदा है. आगे एक होर एक्टिविटी दिती हुई है. राइट द नेम्स ऑफ फूड ईटन एट डिफरेंट टाइम्स दैट आर रिच इन प्रोटीन्स. ਵੱਖ-ਵੱਖ ਸਮਿਆਂ ਤੇ ਖਾਦੇ ਗਏ ਭੋਜਨ ਦੇ ਨਾਮ ਲਿਖੋ ਜੋ ਪ੍ਰੋਟੀਨ ਨਾਲ ਭਰਪੂਰ ਹੁੰਦੇ ਨੇ. ਬ੍ਰੇਕਫਾਸਟ, ਲੰਚ ਤੇ ਡਿਨਰ. ਨਾਸ਼ਤੇ ਦੇ ਵਿੱਚ, ਦੁਪਹਿਰ ਤੇ ਰਾਤ ਦੇ ਖਾਣੇ ਦੇ ਵਿੱਚ. ਬ੍ਰੇਕਫਾਸਟ ਦੇ ਵਿੱਚ ਅਸੀਂ ਖਾਂਦੇ ਆ ਮਿਲਕ, ਐਗ, ਯੋਗਰਟ, ਦਹੀਂ, ਨਟਸ, ਫਰੂਟਸ, ਚੀਜ਼ ਐਂਡ ਪੋਰੇਜ, ਦਲੀਆ. लंच ਦੇ ਵਿੱਚ ਹੁੰਦਾ ਹੈ ਫਿਸ਼, ਰਾਈਸ, ਬੀਨਸ, ਪੀਜ਼, ਪਲਸਿਸ, ਸੋਇਆਬੀਨ, ਚਨੇ ਐਂਡ ਟੋਫੂ. ਡਿਨਰ ਦੇ ਵਿੱਚ ਆਪਾਂ ਖਾਂਦੇ ਆ ਪਲਸਿਸ, ਦਾਲਾਂ, ਮੀਟ, ਪਨੀਰ, ਮਿਲਕ, ਸਵੀਟ ਪੋਟੇਟੋ, ਮਸ਼ਰੂਮ ਐਂਡ ओट्स एंड लेंटिल्स, ਜਿਹਦਾ ਮਤਲਬ ਹੁੰਦਾ ਹੈ ਦਾਲਾਂ. ਠੀਕ ਹੈ ਬੱਚਿਓ, ਹੁਣ ਆਪਾਂ ਵਧਦੇ ਹਾਂ. ਅਗਲਾ ਕੁਐਸਚਨ ਹੈ ਫਿਲ ਇਨ ਦ ਬਲੈਂਕਸ. ਖਾਲੀ ਸਥਾਨ ਭਰੋ. ਇੱਥੇ ਵਰਡਸ ਦਿੱਤੇ ਹੋਏ ਨੇ એનર્ਜੀ, ਵਿਟਾਮਿਨ ਡੀ, ਮਿਨਰल्स, प्रोटीन ते वाटर. पहला है डैश इज अ बॉडी बिल्डिंग न्यूट्रिएंट. केड़ा पदार्थ है जो साडे शरीर दे निर्माण लई जरूरी हुंदा है, वो है प्रोटीन. डैश हेल्प्स इन द फॉर्मेशन ऑफ टीथ, बोन्स एंड ब्लड. दंदा, हड्डियां ते खून दा गठन करन दे विच की मदद करदा है? मिनरल्स. थर्ड, फैट्स गिव डैश टू आवर बॉडी. फैट साडे शरीर नूं की दिंदे ने? एनर्जी. फोर्थ, डैश कीप्स आवर बॉडी टेंपरेचर इन बैलेंस. केड़ी चीज है जो साडे शरीर दे तापमान नूं संतुलित रखती है? वाटर. फिफ्थ, वी गेट डैश फ्रॉम सनलाइट. सानू सूरज दी रोशनी तो किरणा तो की मिलता है? विटामिन डी. आगे है सेकंड क्वेश्चन. टिक द राइट एंड क्रॉस द रॉन्ग सेंटेंस. सही या फिर आपा गलत का निशान लाना है. पहला है राइस, व्हीट एंड पोटैटोज कीप विटामिन्स. चावल, कणक अते आलू विटामिन रखते ने अपने विच. यह बिल्कुल गलत है. सेकंड, वाटर कंट्रोल्स द टेंपरेचर ऑफ बॉडी. पानी शरीर के तापमान नूं निर्धारित रखता है या संतुलित रखता है. बिल्कुल ठीक. थर्ड, शुगर एंड स्टार्च आर रिच इन कार्बोहाइड्रेट्स. खंड ते स्टार्च कार्बोहाइड्रेट विच लाभपूर्वक हुंदे हन. बिल्कुल ठीक. फोर्थ, विटामिन सेव अस फ्रॉम डिजीजेस. विटामिन सानू बीमारियां तो बचाउंदे हन. बिल्कुल ठीक. फिफ्थ, मिल्क इज अ कंप्लीट डाइट. दूध एक संपूर्ण खुराक है. ये भी ठीक है. अगला क्वेश्चन, तीसरा क्वेश्चन है व्हाई डू वी ईट फूड. असी खाना क्यों खांदे हां? आंसर है फूड प्रोवाइड्स एनर्जी टू आवर बॉडी. भोजन साडे शरीर नूं एनर्जी दिंदा है. न्यूट्रिएंट्स फ्रॉम द फूड हेल्प इन परफॉर्मिंग वेरियस एक्टिविटीज थ्रू आउट द डे. भोजन विच पौष्टिक तत्व दिन पर ਵੱਖ-ਵੱਖ गतिविधियां करन विच मदद करते हैं and help in growth and repair of the body. ਅਤੇ शरीर ਦੇ ਵਾਧੇ ਅਤੇ ਉਸ ਦੀ ਮੁਰੰਮਤ ਵਿੱਚ ਵੀ ਮਦਦ ਕਰਦੇ ਹਨ. Food also saves us from falling ill. ਭੋਜਨ ਸਾਨੂੰ ਬਿਮਾਰ ਹੋਣ ਤੋਂ ਵੀ ਬਚਾਉਂਦਾ ਹੈ. Fourth question है name energy giving nutrients. Nutrients ਦਾ ਨਾਮ ਪੁੱਛਿਆ ਬੱਚਿਓ, ਜਿਹੜੇ ਪੌਸ਼ਟਿਕ ਤੱਤ ਸਾਨੂੰ एनर्जी दिंदे ने. एनर्जी गिविंग न्यूट्रिएंट्स इंक्लूड कार्बोहाइड्रेट्स एंड फैट्स. जिन्हां तो सानू एनर्जी मिलती है वो हैगे ने कार्बोहाइड्रेट्स ते फैट्स. फिफ्थ क्वेश्चन, नेम द वेरियस सोर्सेस ऑफ फूड दैट ग्रो आवर बॉडी. भोजन दे ਵੱਖ-ਵੱਖ नाम दसो जो साडे शरीर नू ਵਧਾਉਣ ਵਿੱਚ मदद करते हैं. देखो बच्चों, इसका आंसर है we get food from plants and animals. सानू पौधों ਅਤੇ जानवरों तो भोजन मिलता है. From plants we get food like grains, vegetables, fruits and pulses. पौधों तो सानू अनाज जिवें कि
ਸਬਜ਼ੀਆਂ ਫਲ ਦਾਲਾਂ ਮਿਲਦੀਆਂ ਨੇ। Food that we get from animals include milk, meat products, egg, fish and paneer. ਜੋ ਭੋਜਨ ਸਾਨੂੰ ਜਾਨਵਰਾਂ ਤੋਂ ਪ੍ਰਾਪਤ ਹੁੰਦਾ ਹੈ ਉਹ ਹੈਗਾ ਦੁੱਧ, ਮਾਸ, ਅੰਡੇ, ਮੱਛੀ, ਪਨੀਰ ਸ਼ਾਮਲ ਹਨ ਉਹਨਾਂ ਵਿੱਚ। Together they are important sources of protein which is necessary for the growth of the body. ਜੋ ਖਾਣਾ ਸਾਨੂੰ ਜਾਨਵਰਾਂ ਜਾਂ ਪੌਦਿਆਂ ਤੋਂ ਮਿਲਦਾ ਹੈ ਉਹ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਸਰੀਰ ਦਾ ਵਿਕਾਸ ਕਰਦਾ ਹੈ। ਕਿਸ ਰੂਪ ਦੇ ਵਿੱਚ ਸਾਨੂੰ ਪ੍ਰਾਪਤ ਹੁੰਦਾ ਹੈ? ਪ੍ਰੋਟੀਨ। ਠੀਕ ਹੈ ਬੱਚਿਓ। After school, Kirat went with his friends to the fields carrying tea for his father and lemonade for his uncle who was harvesting wheat. ਤੇ ਸਕੂਲ ਤੋਂ ਬਾਅਦ ਕੀਰਤ ਆਪਣੇ ਦੋਸਤਾਂ ਨਾਲ ਆਪਣੇ ਪਿਤਾ ਜੀ ਲਈ ਚਾਹ ਅਤੇ ਆਪਣੇ ਚਾਚਾ ਜੀ ਦੇ ਲਈ ਨਿੰਬੂ ਪਾਣੀ ਲੈ ਕੇ ਖੇਤਾਂ ਵਿੱਚ ਗਿਆ ਜੋ ਉੱਥੇ ਕਣਕ ਦੀ ਵਢਾਈ ਕਰ ਰਹੇ ਸੀ, ਕਣਕ ਵੱਢ ਰਹੇ ਸੀ। He started chewing wheat seeds in the field. ਉਹ ਖੇਤਾਂ ਵਿੱਚ ਜਾ ਕੇ ਕਣਕ ਦੇ ਬੀਜ ਚਬਾਉਣ ਲੱਗਾ। Suddenly he started shouting in amazement. ਤੇ ਅਚਾਨਕ ਉਹ ਜ਼ੋਰ-ਜ਼ੋਰ ਕੇ ਚਿল্লাਉਣ ਲੱਗਾ। He felt as if wheat seeds have become sweet. ਉਸਨੂੰ ਇੰਜ ਲੱਗਿਆ ਜਿਵੇਂ ਕਣਕ ਦੇ ਬੀਜ ਮਿੱਠੇ ਹੋ ਗਏ ਹੋਣ। His father told that when we chew grains or bread in our mouth, then it mixes with saliva. ਇਹਨੂੰ saliva ਨਹੀਂ saliva ਕਹੀਦਾ ਹੈ। With the help of our tongue and teeth. ਤੇ ਉਹਨਾਂ ਦੇ ਪਿਤਾ ਜੀ ਨੇ ਦੱਸਿਆ ਵੀ ਬੇਟਾ ਜਦੋਂ ਵੀ ਅਸੀਂ ਮੂੰਹ 'ਚ ਕੁਝ ਪਾਉਂਦੇ ਹਾਂ, ਕੋਈ ਵੀ ਬੀਜ, ਕੋਈ ਵੀ ਦਾਣੇ ਮੂੰਹ 'ਚ ਪਾਉਂਦੇ ਆ, ਬ੍ਰੈਡ ਵੀ ਪਾਉਂਦੇ ਆ ਤਾਂ ਉਹ ਸਾਡੇ ਮੂੰਹ ਦੇ ਵਿੱਚ ਜੋ ਥੁੱਕ ਹੁੰਦਾ ਹੈ ਉਹਨੂੰ ਸਲਾਈਵਾ ਕਿਹਾ ਜਾਂਦਾ ਹੈ, ਉਹਦੇ ਨਾਲ ਮਿਲ ਜਾਂਦਾ ਹੈ। ਕਿਸ ਦੀ ਮਦਦ ਨਾਲ ਮਿਲਦਾ ਹੈ? ਸਾਡੇ ਜੀਭ ਤੇ ਦੰਦਾਂ ਦੀ ਮਦਦ ਦੇ ਨਾਲ। ਸਲਾਈਵਾ ਕਨਵਰਟਸ ਦ ਚਿਊਡ ਫੂਡ ਇਨਟੂ ਗਲੂਕੋਜ਼। ਤੇ ਸਲਾਈਵਾ ਜੋ ਹੈ ਉਹ ਸਾਡੇ ਚਬਾਏ ਹੋਏ ਭੋਜਨ ਨੂੰ ਗਲੂਕੋਜ਼ ਦੇ ਵਿੱਚ ਬਦਲ ਦਿੰਦਾ ਹੈ ਜੋ ਕਿ ਇੱਕ એનર્ਜੀ ਦਾ ਸੋਰਸ ਹੈ। ਸੋ ਦ ਫੂਡ ਟੇਸਟ ਸਵੀਟ। ਤੇ ਇਸ ਕਰਕੇ ਕਿਉਂਕਿ ਉਹ ਗਲੂਕੋਜ਼ ਦੇ ਵਿੱਚ ਬਦਲ ਗਿਆ ਹੈ ਇਸ ਲਈ ਭੋਜਨ ਮਿੱਠਾ ਸਵਾਦ ਦਿੰਦਾ ਹੈ। Glucose is a type of sugar that is easily absorbed. Glucose ਇੱਕ ਕਿਸਮ ਦੀ ਸ਼ੂਗਰ ਹੈਗੀ ਹੈ ਜੋ ਆਸਾਨੀ ਨਾਲ ਐਬਜ਼ੌਰਬ ਹੋ ਜਾਂਦੀ ਹੈ ਜਾਂ ਫਿਰ ਅਸੀਂ ਬੋਡੀ ਨੂੰ ਸੋਕ ਹੋ ਜਾਂਦੀ ਹੈ। ਠੀਕ ਹੈ ਬੱਚਿਓ। Players take glucose powder while playing so that they may get energy to play continuously. ਖਿਡਾਰੀ ਖੇਡਦੇ ਸਮੇਂ ਗਲੂਕੋਜ਼ ਦਾ ਪੈਕੇਟ ਮਿਲਦਾ ਹੈ ਉਹ ਗਲੂਕੋਜ਼ ਖਾ ਲੈਂਦੇ ਨੇ ਤਾਂ ਜੋ ਉਹਨਾਂ ਨੂੰ ਲਗਾਤਾਰ ਖੇਡਣ ਸਮੇਂ એનર્ਜੀ ਮਿਲਦੀ ਰਹੇ। ਸੋ whenever you feel tired ਤਾਂ ਇਸ ਲਈ ਜਦੋਂ ਵੀ ਤੁਹਾਨੂੰ ਥਕਾਵਟ ਮਹਿਸੂਸ ਹੁੰਦੀ ਹੈ you can drink lemonade by mixing a little sugar, salt and lemon juice. ਤਾਂ ਤੁਸੀਂ ਨਿੰਬੂ ਪਾਣੀ ਪੀ ਸਕਦੇ ਹੋ। ਉਸ ਵਿੱਚ ਕੀ ਮਿਲਿਆ ਹੁੰਦਾ ਹੈ? ਥੋੜੀ ਜੀ ਖੰਡ, ਸ਼ੂਗਰ, ਨਮਕ ਤੇ ਨਿੰਬੂ ਦਾ ਜੂਸ। ਠੀਕ ਹੈ ਬੱਚਿਓ। ਸਾਡੀ ਬੋਡੀ ਦੇ ਵਿੱਚ, ਸਰੀਰ ਦੇ ਵਿੱਚ ਜੋ ਵੀ ਤੱਤ ਅਸੀਂ ਖਾਂਦੇ ਆ ਉਹ ਗਲੂਕੋਜ਼ ਦੇ ਵਿੱਚ ਕਨਵਰਟ ਹੋ ਜਾਂਦਾ ਹੈ, ਬਦਲ ਜਾਂਦਾ ਹੈ ਤੇ ਗਲੂਕੋਜ਼ ਰਾਹੀਂ ਹੀ ਸਾਡੇ ਸਰੀਰ ਨੂੰ એનર્ਜੀ ਮਿਲਦੀ ਹੈ। ਗਲੂਕੋਜ਼ ਦੇ ਪੈਕੇਟ ਵੀ ਮਿਲਦੇ ਨੇ ਤੇ ਗਲੂਕੋਜ਼ ਸਾਨੂੰ ਨਿੰਬੂ ਪਾਣੀ ਤੋਂ ਵੀ ਮਿਲ ਸਕਦਾ ਹੈ। ਠੀਕ ਹੈ। Kirat said, "Now I come to know why my uncle drinks lemonade." ਤੇ ਕੀਰਤ ਨੇ ਕਿਹਾ ਹੁਣ ਮੈਨੂੰ ਪਤਾ ਲੱਗਾ ਕਿ ਮੇਰੇ ਅੰਕਲ ਜਾਂ ਚਾਚਾ ਜੀ ਨਿੰਬੂ ਪਾਣੀ ਕਿਉਂ ਪੀਂਦੇ ਨੇ, ਕਿਉਂਕਿ ਉਹਨਾਂ ਨੂੰ એનર્ਜੀ ਦੀ ਲੋੜ ਹੈਗੀ ਹੈ। Do you know how food is digested? ਕੀ ਤੁਹਾਨੂੰ ਪਤਾ ਹੈ ਭੋਜਨ ਕਿਵੇਂ ਪਚਾਇਆ ਜਾਂਦਾ ਹੈ? ਮੈਂ ਦੱਸਦੀ ਹਾਂ। Food gets soft in the mouth and reaches the liver through food pipe. ਭੋਜਨ ਮੂੰਹ ਵਿੱਚ ਨਰਮ ਹੋ ਜਾਂਦਾ ਹੈ ਕਿਉਂਕਿ ਉੱਥੇ ਸਲਾਈਵਾ ਹੁੰਦਾ ਹੈ ਤੇ ਉਹ ਸਾਡੇ ਲਿਵਰ ਤੱਕ ਪਹੁੰਚ ਜਾਂਦਾ ਹੈ ਫੂਡ ਪਾਈਪ ਰਾਹੀਂ। ਠੀਕ ਹੈ। ਹੁਣ ਕਿਹੜੀ ਹੁੰਦੀ ਹੈ ਫੂਡ ਪਾਈਪ? ਆ ਦੇਖੋ, ਮੂੰਹ ਇੱਥੇ ਜਾ ਕੇ ਸਿੱਧਾ ਐ ਕਰਕੇ ਇਹ ਆ ਗਿਆ ਸਾਡਾ ਲਿਵਰ। ਠੀਕ ਹੈ ਬੱਚਿਓ। ਅੱਗੇ ਪੜ੍ਹਦੇ ਹਾਂ। Gastric juices mixed with acid sends it to small intestine. ਹੁਣ ਉੱਥੇ ਕੀ ਹੁੰਦਾ ਹੈ?
शरीर दे विच कुछ जूस हुंदे ने जो हर ऑर्गन प्रोड्यूस करता है, जिहदे विच HCl भी हुंदा है, एक तरीके दा एसिड हुंदा है, ਉਹ ਮਿਲ ਜਾਂਦਾ ਹੈ ਤੇ ਉਸ ਤੋਂ ਬਾਅਦ ਸਾਡਾ ਖਾਣਾ ਚਲਾ ਜਾਂਦਾ ਹੈ ਸਮॉल ਇੰਟੈਸਟਾਈਨ। ਆ ਦੇਖੋ ਇੱਥੋਂ ਸਿੱਧਾ ਇੱਥੇ ਇਹ ਹੈਗੀ ਹੈ ਸਮॉल ਇੰਟੈਸਟਾਈਨ ਅੰਦਰ ਵਾਲੀ ਜਿਹੜੀ ਹੁੰਦੀ ਹੈ, ਠੀਕ ਹੈ। ਇਹ ਆ ਦੇਖੋ ਬਣਾਈ ਹੋਈ ਹੈ ਸਮॉल ਇੰਟੈਸਟਾਈਨ। ਜੂਸ ਫਰਮ ਗॉल ਬਲੈਡਰ ਮੇਕਸ ਦ ਫੂਡ ਆਫ ਸਮॉल ਇੰਟੈਸਟਾਈਨ ਡਾਈਜੈਸਟੇਬਲ। ਹੁਣ ਸਮॉल ਇੰਟੈਸਟਾਈਨ ਦੇ ਵਿੱਚ ਇਹ ਜਿਹੜਾ ਛੋਟਾ ਜਿਹਾ ਹਰਾ ਜਿਹਾ ਆਰਗਨ ਹੈ ਗॉल ਬਲੈਡਰ, ਇਹ ਵੀ ਕੁਝ ਸਿੱਟਦਾ ਹੈ ਤਾਂ ਕਿ ਖਾਣੇ ਨੂੰ ਪਚਾਇਆ ਜਾ ਸਕੇ। small intestine absorbs essential nutrients from food ਤੇ ਖਾਣੇ ਵਿੱਚ ਜੋ ਵੀ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਨੇ small intestine ਦੇ ਵਿੱਚ ਉਹ absorb ਹੋ ਜਾਂਦੇ ਨੇ। here food mixed with blood reaches other organs ਤੇ ਇੱਥੇ ਹੀ small intestine ਵਿੱਚ ਵਾਲੇ organ ਵਿੱਚ ਹੀ ਖੂਨ ਦੇ ਵਿੱਚ એનર્ਜੀ ਆ ਜਾਂਦੀ ਹੈ, ਖਾਣਾ ਮਿਲ ਜਾਂਦਾ ਹੈ ਤੇ ਉਹ ਵੱਖ-ਵੱਖ organs ਤੱਕ ਪਹੁੰਚ ਜਾਂਦਾ ਹੈ। large intestine only absorbs water from food। ਹੁਣ large intestine ਕਿਹੜੀ ਆ ਦੇਖੋ ਬਾਹਰ ਜਿਹੜਾ ਬਣਾਇਆ ਹੋਇਆ ਹੈ, ਖਾਣਾ ਤਾਂ ਇੱਥੇ absorb ਹੋ ਗਿਆ small intestine ਦੇ ਵਿੱਚ ਤੇ large intestine ਦੇ ਵਿੱਚ ਸਿਰਫ ਭੋਜਨ ਵਿੱਚੋਂ ਪਾਣੀ ਨੂੰ ਕਾਬੂ ਕੀਤਾ ਜਾਂਦਾ ਹੈ, ਕੱਢਿਆ ਜਾਂਦਾ ਹੈ। the remaining undigested food is excreted through anus ਤੇ ਬਾਕੀ ਜੋ ਖਾਣਾ ਬਚ ਜਾਂਦਾ ਹੈ ਉਹ ਲਾਰਜ ਇੰਟੈਸਟਾਈਨ ਦੇ ਥਰੂ ਹੁੰਦਾ ਦੇਖੋ ਇੱਥੋਂ ਬਾਹਰ ਨਿਕਲ ਜਾਂਦਾ ਹੈ, ਜਿਹਨੂੰ ਆਪਾਂ ਐਨਸ ਕਹੀਦਾ। ਇਹ ਲਿਖੇ ਹੋਏ ਨੇ organs of digestive system। ਹੁਣ ਮੈਂ ਤੁਹਾਨੂੰ ਸਾਰੇ ਨਾਮ ਦੱਸ ਦਿੰਦੀ ਆ। ਇਹ ਹੈਗੀ ਹੈ ਸਾਡੀ ਟੰਗ ਮੂੰਹ ਦੇ ਵਿੱਚ, ਇਹ ਹੈਗਾ ਮਾਊਥ, ਮਾਊਥ ਤੋਂ ਬਾਅਦ ਆਂਦਾ ਹੈ ਬੱਚਿਓ ਇਹਨੂੰ ਕਹੀਦਾ ਫੈਰਿੰਗਸ ਜੋ ਕਿ ਹੁੰਦਾ ਹੈ ਸਾਡੇ ਗਰਦਨ ਦੇ ਵਿੱਚ, ਫਿਰ ਆ ਜਾਂਦਾ ਹੈ ਈਸੋਫੇਗਸ, ਉਸ ਤੋਂ ਬਾਅਦ ਇਧਰਲੇ ਪਾਸੇ ਸਾਡਾ ਸਟਮਕ ਹੁੰਦਾ ਹੈ ਪੇਟ, ਇਧਰਲੇ ਹਿੱਸੇ ਸਾਡਾ ਲਿਵਰ ਹੁੰਦਾ ਹੈ, ਗॉल ਬਲੈਡਰ, ਬਾਹਰ ਵਾਲਾ ਲਾਰਜ ਇੰਟੈਸਟਾਈਨ, ਅੰਦਰ ਵਾਲਾ ਸਮॉल ਇੰਟੈਸਟਾਈਨ, ਇਧਰ ਹੈਗਾ ਪੈਨਕ੍ਰੀਆਸ, ਫਿਰ ਆ ਜਾਂਦਾ ਹੈ ਰੈਕਟਮ, ਇੱਥੇ ਆ ਜਾਂਦਾ ਹੈ ਅਪੈਂਡਿਕਸ। ਸਾਰੇ ਲੋਕਾਂ ਦੇ ਵਿੱਚ ਇਹ ਬਹੁਤ ਪੁਰਾਣੇ ਮਨੁੱਖਾਂ ਦੇ ਵਿੱਚ ਜ਼ਿਆਦਾ ਵਧਿਆ ਹੋਇਆ ਹੁੰਦਾ ਹੈ, ਅੱਜ ਕੱਲ ਤਾਂ ਘੱਟ ਹੁੰਦਾ ਸੀ। ਫਿਰ ਅਖੀਰ ਚ ਆ ਜਾਂਦਾ ਹੈ ਐਨਸ ਜਿੱਥੋਂ ਬਾਹਰ ਨਿਕਲਦਾ ਹੈ ਖਾਣਾ। ਠੀਕ ਹੈ ਬੱਚਿਓ, ਇਹ ਸਾਰੇ ਤੁਸੀਂ ਯਾਦ ਕਰ ਲਿਓ, ਮੈਂ ਫਿਰ ਤੋਂ ਦੱਸ ਦਿੰਦੀ ਹਾਂ। ਟੰਗ, ਮਾਊਥ, ਫੈਰਿੰਕਸ, esophagus, liver, gallbladder, large intestine, rectum, appendix, stomach, pancreas, small intestine, anus। आगे चलते हैं। Listening to father's talk, Kirat said that his stomach was aching। पिताजी दे गल सुनते सुनते कीरत ने कहा कि उसके पेट विच दर्द हो रहा है। Father said that he had eaten many wheat seeds without chewing properly। ਤੇ ਪਿਤਾਜੀ ਨੇ ਦੱਸਿਆ ਕਿ ਤੁਸੀਂ ਕਣਕ ਦੇ ਕਈ ਬੀਜ, ਕਈ ਦਾਣੇ ਖਾ ਲਏ ਬਿਨਾਂ ਉਹਨਾਂ ਨੂੰ ਚੰਗੀ ਤਰ੍ਹਾਂ ਚਬਾਏ। Food should always be eaten by chewing it properly। ਭੋਜਨ ਨੂੰ ਹਮੇਸ਼ਾ ਚੰਗੀ ਤਰ੍ਹਾਂ ਚਬਾ ਕੇ ਹੀ ਖਾਣਾ ਚਾਹੀਦਾ ਹੈ ਪੁੱਤ। By doing so, there will be no stomach ache and no vomiting। ਅਜਿਹਾ ਕਰਨ ਨਾਲ ਨਾ ਤਾਂ ਪੇਟ ਦਰਦ ਹੋਏਗਾ ਤੇ ਨਾ ਹੀ ਉਲਟੀ ਆਏਗੀ। We should sit straight while taking meals। ਤੇ ਭੋਜਨ ਕਰਦੇ ਸਮੇਂ ਸਾਨੂੰ ਸਿੱਧਾ ਬੈਠਣਾ ਚਾਹੀਦਾ ਹੈ। ਇੱਥੇ ਫਿਰ ਐਕਟੀਵਿਟੀ ਦਿੱਤੀ ਹੋਈ ਹੈ। By tasting with tongue, write the name of food and its taste। ਜੀਭ ਨਾਲ ਚੱਖ ਕੇ ਤੁਸੀਂ ਸਵਾਦ ਅਨੁਸਾਰ ਇੱਥੇ ਕਿਹੜਾ ਕਿਹੜਾ ਸਵਾਦ ਆ ਰਿਹਾ ਤੇ ਵੱਖ-ਵੱਖ ਭੋਜਨਾਂ ਦੇ ਨਾਂ ਲਿਖਦੇ ਨੇ। ਨੇਮ ਆਫ ਫੂਡ ਭੋਜਨ ਦੇ ਨਾਂ ਤੇ ਟੇਸਟ ਯਾਨੀ ਕਿ ਸਵਾਦ। ਹੁਣ ਜਿਵੇਂ ਮੈਂ ਲਿਖਿਆ ਜਲੇਬੀ, ਸ਼ੂਗਰ, ਬਰਫੀ, ਹਨੀ, ਕਪਕੇਕ, ਕੈਂਡੀ, ਬਨਾਨਾ, ਐਪਲ, ਖੀਰ, ਇਹ ਸਾਰੇ ਸਵੀਟ ਟੇਸਟ ਦੇ ਨੇ, ਮਿੱਠਾ। ਪਕੌੜਾ, ਕੁਕਡ ਵੈਜੀਟੇਬਲ, ਸਮੋਸਾ, ਪੀਜ਼ਾ, ਸੂਪ, ਇਹ ਸੌਲਟੀ ਹੈਗੇ ਨੇ, ਨਮਕੀਨ ਜਿਹੇ। ਚੀਜ਼, ਚਿਲੀ, ਪਿਕਲ, ਪਨੀਰ, ਮਿਰਚ, ਅਚਾਰ, ਇਹ ਬਿਟਰ ਹੁੰਦੇ ਨੇ, ਥੋੜੇ ਜਿਹੇ ਕੌੜੇ। ਵਿਨੇਗਰ, ਲੈਮਨ, ਟੈਮਰਿੰਡ, ਲਾਈਮ, ਇਹ ਸਾਰ ਹੁੰਦੇ ਨੇ, ਖੱਟੇ। ऑरेंज,
ਆਮਲਾ ਇਹ ਖੱਟੇ ਮਿੱਠੇ ਜੇ ਹੁੰਦੇ ਨੇ, ਸਾਰ ਤੇ ਸਵੀਟ। ਠੀਕ ਹੈ ਬੱਚਿਓ, ਜੇ ਤੁਹਾਨੂੰ ਹੋਰ ਕੋਈ ਨਾਮ ਯਾਦ ਆਂਦਾ ਹੈ ਤਾਂ ਤੁਸੀਂ ਜ਼ਰੂਰ ਦੱਸਿਓ। ਅੱਗੇ fourth activity ਹੈ write the parts of digestive system in a serial order। ਜਿਹੜੇ ਸਾਡੇ ਡਾਈਜੈਸਟਿਵ ਸਿਸਟਮ ਦੇ ਅੰਗ ਹੈਗੇ ਨੇ ਉਹਨਾਂ ਨੂੰ ਸਹੀ ਕ੍ਰਮ ਦੇ ਵਿੱਚ ਲਿਖੋ। ਤੇ ਇੱਥੇ ਮੈਂ ਲਿਖਤੇ, ਸਭ ਤੋਂ ਪਹਿਲਾ ਹੈਗਾ ਮਾਊਥ, ਸਟਮਕ, ਪੈਨਕ੍ਰੀਆਸ, small intestine, large intestine, gall bladder, liver ਤੇ kidney। ਠੀਕ ਹੈ ਬੱਚਿਓ, ਅੱਗੇ ਚੱਲਦੇ ਹਾਂ। ਇਹ ਤੁਸੀਂ ਜ਼ਰੂਰ ਯਾਦ ਕਰ ਲਿਓ ਇਹਨਾਂ ਦਾ ਕ੍ਰਮ। ਥਿੰਗਸ ਟੂ ਰਿਮੈਂਬਰ, ਯਾਦ ਰੱਖਣ ਵਾਲੀਆਂ ਗੱਲਾਂ। ਪਹਿਲਾ, ਕਾਰਬੋਹਾਈਡਰੇਟਸ ਐਂਡ ਫੈਟਸ ਗਿਵ એનર્ਜੀ ਟੂ ਆਰ ਬੋਡੀ। ਕਾਰਬੋਹਾਈਡਰੇਟਸ ਤੇ ਫੈਟ ਸਾਡੇ ਸਰੀਰ ਨੂੰ એનર્ਜੀ ਦਿੰਦੇ ਨੇ। ਪ੍ਰੋਟੀਨਸ ਹੈਲਪ ਆਰ ਬੋਡੀ ਗਰੋਥ। ਪ੍ਰੋਟੀਨ ਸਾਡੇ ਸਰੀਰ ਦੇ ਵਾਧੇ ਵਿੱਚ ਮਦਦ ਕਰਦੇ ਨੇ। Vitamins and minerals save our body from diseases। ਵਿਟਾਮਿਨ ਤੇ ਮਿਨਰਲ ਸਾਡੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦੇ ਨੇ। Glucose is a type of carbohydrate। Glucose carbohydrate ਦੀ ਕਿਸਮ ਹੈ। We get vitamin D by sitting in the sun। ਸੂਰਜ ਵਿੱਚ ਬੈਠਣ ਨਾਲ ਸਾਨੂੰ ਵਿਟਾਮਿਨ ਡੀ ਮਿਲਦਾ ਹੈ। Milk is a complete diet। ਦੁੱਧ ਇੱਕ ਸੰਪੂਰਨ ਭੋਜਨ ਹੈ। Sixth question, why should we eat food slowly? ਸਾਨੂੰ ਭੋਜਨ ਨੂੰ ਹੌਲੀ ਹੌਲੀ ਕਿਉਂ ਖਾਣਾ ਚਾਹੀਦਾ ਹੈ? In our mouth, saliva is secreted by salivary gland। ਸਾਡੇ ਮੂੰਹ ਵਿੱਚ saliva ਕੱਢਿਆ ਜਾਂਦਾ ਹੈ ਇੱਕ ਖਾਸ ਤਰੀਕੇ ਦੇ ਗਲੈਂਡਸ ਰਾਹੀਂ, ਜਿਨ੍ਹਾਂ ਨੂੰ salivary glands ਕਹੀਦਾ ਹੈ। Chewing thoroughly and eating slowly helps mix saliva। ਹੁਣ ਇਹ ਜੇ ਆਪਾਂ ਹੌਲੀ ਹੌਲੀ ਖਾਣਾ ਖਾਂਦੇ ਆ ਵਧੀਆ ਤਰੀਕੇ ਦੇ ਨਾਲ, ਤਾਂ ਇਹ ਜਿਹੜਾ ਸਲਾਈਵਾ ਹੁੰਦਾ ਸਾਡੇ ਮੂੰਹ ਦੇ ਵਿੱਚ, ਜਿਹਨੂੰ ਆਪਾਂ ਪੰਜਾਬੀ ਚ ਥੁੱਕ ਕਹੀਦਾ ਹੈ, ਇਹ ਸਾਡੇ ਭੋਜਨ ਦੇ ਨਾਲ ਰਲ ਜਾਂਦਾ ਹੈ, ਖਾਣੇ ਦੇ ਨਾਲ ਰਲ ਜਾਂਦਾ ਹੈ। ਕਿਹਦੀ ਮਦਦ ਨਾਲ? with the help of teeth and tongue। with the food which results in good digestion। ਇਹ ਖਾਣੇ ਦੇ ਨਾਲ ਰਲ ਜਾਂਦਾ ਹੈ, ਮਿਲ ਜਾਂਦਾ ਹੈ, ਜਿਸ ਨਾਲ ਸਾਡੇ ਭੋਜਨ ਚੰਗੀ ਤਰੀਕੇ ਦੇ ਨਾਲ ਹਜਮ ਹੁੰਦਾ ਹੈ। ਐਂਡ ਪ੍ਰੀਵੈਂਟਸ ਓਵਰ ਈਟਿੰਗ, ਅਤੇ ਬਹੁਤ ਜ਼ਿਆਦਾ ਖਾਣ ਤੋਂ ਵੀ ਸਾਨੂੰ ਰੋਕਦਾ ਹੈ। ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜਿਹੜਾ ਸਲਾਈਵਾ ਹੁੰਦਾ ਹੈ ਉਹ ਚਬਾਏ ਹੋਏ ਖਾਣੇ ਨੂੰ ਗਲੂਕੋਜ਼ ਦੇ ਵਿੱਚ ਬਦਲ ਦਿੰਦਾ ਹੈ, ਜੋ ਕਿ ਮਿੱਠਾ ਸਵਾਦ ਕਰਦਾ ਹੈ, ਜੇ ਤੁਹਾਨੂੰ ਯਾਦ ਹੋਏ। ਠੀਕ ਹੈ ਬੱਚਿਓ, ਹੁਣ ਆਪਾਂ ਅੱਗੇ ਵਧਦੇ ਹਾਂ। 7th question ਹੈ ਟਿਕ ਦ ਕਰੈਕਟ ਆਂਸਰ। ਸਹੀ ਦਾ ਨਿਸ਼ਾਨ ਲਾਣਾ ਹੈ। ਪਹਿਲਾ ਹੈ with which organ can we sense taste? ਕਿਸ ਅੰਗ ਨਾਲ ਅਸੀਂ ਸਵਾਦ ਮਹਿਸੂਸ ਕਰਦੇ ਹਾਂ? ਟੰਗ, ਜੀਭ, teeth, ਦੰਦ, nose, ਨੱਕ, mouth, ਮੂੰਹ। ਅਸੀਂ ਟੰਗ ਰਾਹੀਂ ਕਰਦੇ ਹਾਂ। Second, which substance in the mouth makes the food sweet? ਮੂੰਹ ਵਿੱਚ ਕਿਹੜਾ ਪਦਾਰਥ ਭੋਜਨ ਨੂੰ ਮਿੱਠਾ ਬਣਾਉਂਦਾ ਹੈ? ਟੰਗ, ਜੀਭ, ਸਲਾਈਵਾ, ਥੁੱਕ, ਫੂਡ ਪਾਈਪ, ਜਾਂ ਫਿਰ ਟੀਥ, ਦੰਦ। ਸਾਡੇ ਭੋਜਨ ਨੂੰ ਜੋ ਮਿੱਠਾ ਬਣਾਉਂਦਾ ਹੈ ਉਹ ਹੈਗਾ ਸਲਾਈਵਾ, ਕਿਉਂਕਿ ਉਹ ਚਬਾਏ ਹੋਏ ਖਾਣੇ ਨੂੰ ਗਲੂਕੋਜ਼ ਦੇ ਵਿੱਚ ਬਦਲ ਦਿੰਦਾ ਹੈ, ਜੋ ਮਿੱਠਾ ਹੁੰਦਾ ਹੈ ਸਵਾਦ ਦੇ ਵਿੱਚ। ਥਰਡ, from which organ does food start digesting? ਕਿਸ ਅੰਗ ਤੋਂ ਖਾਣਾ ਪਚਣਾ ਸ਼ੁਰੂ ਹੋ ਜਾਂਦਾ ਹੈ? ਪਹਿਲਾ ਹੈ ਸਟਮਕ, ਪੇਟ, ਲਾਰਜ ਇੰਟੈਸਟਾਈਨ, small intestine ਜਾਂ mouth, ਮੂੰਹ। ਇਹ ਮੂੰਹ ਤੋਂ ਹੀ ਸ਼ੁਰੂ ਹੋ ਜਾਂਦਾ ਹੈ। Fourth, which nutrients are present in a balanced diet? ਸੰਤੁਲਿਤ ਖੁਰਾਕ ਵਿੱਚ ਕਿਹੜੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਨੇ? First, proteins, carbohydrates, minerals ਜਾਂ all, ਸਾਰੇ ਮੌਜੂਦ ਹੁੰਦੇ ਨੇ। Fifth, what do players eat to get instant energy? ਖਿਡਾਰੀ ਤੁਰੰਤ એનર્ਜੀ ਪ੍ਰਾਪਤ ਕਰਨ ਦੇ ਲਈ ਕੀ ਖਾਂਦੇ ਹਨ? ਘੀ, ਘਿਓ, ਬਟਰ, ਮੱਖਣ, ਗਲੂਕੋਜ਼ ਜਾਂ ਮੀਟ। ਉਹ ਖਾਂਦੇ ਹੈਗੇ ਨੇ ਗਲੂਕੋਜ਼। 6th question ਹੈਗਾ tick the right and cross the wrong sentence। ਸਹੀ ਜਾਂ ਗਲਤ ਦਾ ਨਿਸ਼ਾਨ ਲਾਓ। ਸਭ ਤੋਂ ਪਹਿਲਾ, we get more energy from fats than carbohydrates। ਸਾਨੂੰ
कार्बोहाइड्रेट्स नालों फैट तो ज्यादा एनर्जी मिलती है। हाँ जी, सही है। सेकंड, we should eat food slowly by chewing it। सानू भोजन ਨੂੰ ਹੌਲੀ ਹੌਲੀ ਚਬਾ ਕੇ ਖਾਣਾ ਚਾਹੀਦਾ ਹੈ। ਬਿਲਕੁਲ ਠੀਕ। थर्ड, undigested food is extracted from the body through anus। ਜਿਹੜਾ ਖਾਣਾ ਸਾਨੂੰ ਪਚਦਾ ਨਹੀਂ ਹੈ, ਜੋ ਬਚ ਜਾਂਦਾ ਹੈ, ਉਹ ਭੋਜਨ ਸਰੀਰ ਵਿੱਚੋਂ ਸਾਰੇ ਉਹਦੇ ਵਧੀਆ ਗੁਣ ਕੱਢ ਕੇ ਏਨਸ ਵਿੱਚੋਂ ਕੱਢਿਆ ਜਾਂਦਾ ਹੈ। ਹਾਂਜੀ, ਅਖੀਰੀ ਹਿੱਸਾ ਸਰੀਰ ਦਾ। फोर्थ, we should drink 8 to 10 glasses of water daily। ਸਾਨੂੰ ਰੋਜ਼ਾਨਾ 8 ਤੋਂ 10 ਗਲਾਸ ਪਾਣੀ ਪੀਣਾ ਚਾਹੀਦਾ ਹੈ। ਬਿਲਕੁਲ। ਫਿਫਥ, saliva inside the mouth makes the food hard। ਜਿਹੜਾ ਸਾਡੇ ਮੂੰਹ ਦੇ ਵਿੱਚ ਸਲਾਈਵਾ ਹੁੰਦਾ ਹੈ, ਉਹ ਭੋਜਨ ਨੂੰ ਸਖਤ ਬਣਾਉਂਦਾ ਹੈ। ਬਿਲਕੁਲ ਗਲਤ। ਅੱਗੇ ਹੈ always remember। हमेशा याद रखो, we should eat vegetables and fruits after washing them properly। ਸਾਨੂੰ ਸਬਜ਼ੀਆਂ ਤੇ ਫਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਖਾਣਾ ਚਾਹੀਦਾ ਹੈ। In this way, we can wash away the microorganisms hidden in dust particles that cause diseases। ਇਸ ਤਰ੍ਹਾਂ ਅਸੀਂ ਧੂੜ ਦੇ ਕਣਾਂ ਵਿੱਚ ਲੁਕੇ ਹੋਏ ਛੋਟੇ-ਛੋਟੇ ਜਿਹੜੇ ਜੀਵ ਹੁੰਦੇ ਹਾਂ, ਉਹਨਾਂ ਤੋਂ ਬਚ ਸਕਦੇ ਹਾਂ। ਉਹ ਜਿਹੜੀ ਬਿਮਾਰੀਆਂ ਪੈਦਾ ਕਰਦੇ ਹਨ, ਉਹਨਾਂ ਤੋਂ ਵੀ ਬਚ ਸਕਦੇ ਹਾਂ ਜੇ ਅਸੀਂ ਚੰਗੇ ਤਰੀਕੇ ਦੇ ਨਾਲ ਫਲ ਤੇ ਸਬਜ਼ੀਆਂ ਨੂੰ ਧੋਂਦੇ ਹਾਂ। We should always eat fresh fruits and vegetables। ਸਾਨੂੰ ਹਮੇਸ਼ਾ ਤਾਜ਼ੇ ਫਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਇਹ ਸੀ ਅੱਜ ਦੀ ਕਲਾਸ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗੀ ਹੋਏਗੀ। ਹੁਣ ਆਪਾਂ ਅਗਲੀ ਕਲਾਸ ਮਿਲਾਂਗੇ। ਤਦ ਤੱਕ ਟੇਕ ਕੇਅਰ ਤੇ ਮੈਨੂੰ ਜ਼ਰੂਰ ਦੱਸਿਓ ਵੀ ਤੁਸੀਂ ਹੈਲਦੀ ਖਾਣਾ ਸ਼ੁਰੂ ਕੀਤਾ ਜਾਂ ਨਹੀਂ। ਬਾਏ ਬਾਏ।